ਸਤਿ ਸ਼੍ਰੀ ਅਕਾਲ ਬੱਚਿਓ। ਮੈਂ ਗੁਰਿੰਦਰਪਾਲ ਸਿੰਘ, ਵੋਕੇਸ਼ਨਲ ਟ੍ਰੇਨਰ, ਟੂਰਿਜ਼ਮ ਐਂਡ ਹੌਸਪੀਟੈਲਿਟੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜੱਸੋ ਮਾਜਰਾ, ਡਿਸਟ੍ਰਿਕਟ ਪਟਿਆਲਾ। ਅੱਜ ਤੁਹਾਡੇ ਸਾਹਮਣੇ ਟਰੈਵਲ ਏਜੰਸੀ ਦੇ ਫੰਕਸ਼ਨ ਨੂੰ ਲੈ ਕੇ ਜਾਣਕਾਰੀ ਲੈ ਕੇ ਆਇਆ ਹਾਂ, ਜੋ ਕਿ ਕਲਾਸ 12th ਯੂਨਿਟ 2 ਵਿੱਚੋਂ ਹੈ। ਇਸ ਵਿੱਚ ਅੱਜ ਅਸੀਂ ਕੀ ਕਵਰ ਕਰਾਂਗੇ? ਸਭ ਤੋਂ ਪਹਿਲਾਂ ਟਰੈਵਲ ਏਜੰਸੀ ਬਾਰੇ ਅਸੀਂ ਜਾਣਕਾਰੀ ਲਵਾਂਗੇ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਟਰੈਵਲ ਏਜੰਸੀ ਦੇ ਕੀ ਪ੍ਰੋਡਕਟਸ ਹਨ, ਉਹ ਕੀ ਸੇਲ ਕਰਦੀ ਹੈ। ਤੀਜਾ, ਟਰੈਵਲ ਏਜੰਸੀ ਕਿੱਦਾਂ ਕੰਮ ਕਰਦੀ ਹੈ, ਆਰਗੇਨਾਈਜੇਸ਼ਨ ਚਾਰਟ ਕੀ ਹੈ ਉਹਦਾ। ਉਸ ਤੋਂ ਬਾਅਦ ਕਿਹੜੀਆਂ ਸਕਿੱਲਸ ਜ਼ਰੂਰੀ ਹਨ ਇੱਕ ਚੰਗੇ ਟਰੈਵਲ ਏਜੰਟ ਲਈ, ਤਾਂ ਜੋ ਉਹ ਗਾਹਕਾਂ ਨੂੰ ਸੰਤੁਸ਼ਟ ਕਰ ਸਕੇ। ਉਸ ਤੋਂ ਬਾਅਦ ਅਸੀਂ ਕਮਿਸ਼ਨ ਦੀ ਗੱਲ ਕਰਾਂਗੇ। ਆਫਟਰ ਦੈਟ ਇਕਵਿਪਮੈਂਟਸ ਕੀ ਵਰਤੇ ਜਾਂਦੇ ਹਨ ਟਰੈਵਲ ਏਜੰਸੀ ਵਿੱਚ, ਕਿਹੜਾ ਸਾਜੋ ਸਮਾਨ ਵਰਤਿਆ ਜਾਂਦਾ ਹੈ, ਉਸ ਬਾਰੇ ਅਸੀਂ ਜਾਣਕਾਰੀ ਲਵਾਂਗੇ। ਟਰੈਵਲ ਪਲੈਨਿੰਗ ਕਿੰਨੀ ਕੁ ਜ਼ਰੂਰੀ ਹੈ, ਇਸ ਦੇ ਵੀ ਅੱਗੇ ਤੁਹਾਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਅਤੇ ਲੇਟੈਸਟ ਟ੍ਰੈਂਡਸ 2020 ਵਿੱਚ ਕਿਹੜੇ ਹਨ ਟਰੈਵਲ ਨੂੰ ਲੈ ਕੇ, ਅਸੀਂ ਇਸ ਬਾਰੇ ਵੀ ਜਾਣਕਾਰੀ ਲਵਾਂਗੇ। ਬੱਚੋ, ਅਸੀਂ ਸਾਰਿਆਂ ਨੇ ਟਰੈਵਲ ਏਜੰਸੀ ਬਾਰੇ ਸੁਣਿਆ ਹੈ ਕਿ ਟਰੈਵਲ ਏਜੰਸੀ ਜਿੱਥੇ ਟਰੈਵਲ ਏਜੰਟ ਬੈਠਦਾ ਹੈ, ਬਟ ਅੱਜ ਅਸੀਂ ਇਸ ਨੂੰ ਵਿਸਥਾਰਪੂਰਵਕ ਕਵਰ ਕਰਾਂਗੇ ਕਿ ਐਕਚੁਅਲ ਦੇ ਵਿੱਚ ਟਰੈਵਲ ਏਜੰਸੀ ਹੁੰਦੀ ਕੀ ਹੈ। ਸਾਹਮਣੇ ਜੋ ਤੁਸੀਂ ਦੇਖ ਰਹੇ ਹੋ, ਇਹ ਇੱਕ ਟਰੈਵਲ ਏਜੰਸੀ ਜੋ ਕਿ ਫੋਰਨ ਦੇ ਵਿੱਚ ਸੈਟਲ ਹੈ, ਇਸ ਦੀ ਇੱਕ ਦਿੱਖ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਹਾਂਜੀ, ਟਰੈਵਲ ਏਜੰਸੀ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਟਰੈਵਲ ਏਜੰਟ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਟਰੈਵਲ ਏਜੰਟ ਕੌਣ ਹੁੰਦਾ ਹੈ? ਟਰੈਵਲ ਏਜੰਟ ਉਹ ਹੁੰਦਾ ਹੈ ਜਿਸ ਕੋਲ ਕਿਸੇ ਵੀ ਸਥਾਨ ਦੀ, ਟੂਰਿਸਟ ਡੈਸਟੀਨੇਸ਼ਨ ਦੀ ਪੂਰਨ ਜਾਣਕਾਰੀ ਹੋਵੇ। ਉੱਥੇ ਕੀ ਘੁੰਮਣ ਨੂੰ ਹੈ, ਉੱਥੇ ਦੇ ਮੋਡਸ ਆਫ ਟਰਾਂਸਪੋਰਟੇਸ਼ਨ, ਯਾਨੀ ਉੱਥੇ ਜਾਣ ਆਉਣ ਦੇ ਆਵਾਜਾਈ ਦੇ ਕੀ ਸਾਧਨ ਹਨ, ਰਿਹਾਇਸ਼ ਦਾ ਕੀ ਪ੍ਰਬੰਧ ਹੈ, ਉੱਥੇ ਦਾ ਕਲਾਈਮੇਟ, ਉੱਥੇ ਦਾ ਵਾਤਾਵਰਨ ਕਿਹੋ ਜਿਹਾ ਹੈ, ਅਤੇ ਸਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਹ ਸਾਰੀ ਕੁਝ ਜਾਣਕਾਰੀ ਟਰੈਵਲ ਦੇ ਨਾਲ ਸੰਬੰਧਿਤ ਸਾਨੂੰ ਇੱਕ ਚੰਗਾ ਟਰੈਵਲ ਏਜੰਟ ਪ੍ਰੋਵਾਈਡ ਕਰਦਾ ਹੈ। ਇਹ ਕਮਿਸ਼ਨ ਦੇ ਉੱਤੇ ਕੰਮ ਕਰਦੇ ਹਨ। ਬੇਸਿਕਲੀ ਕਿਸੇ ਵੀ ਫਰਮ ਦੇ ਨਾਲ ਮਿਲ ਕੇ ਇਹ ਬੁਕਿੰਗ ਕਰਦੇ ਹਨ ਅਤੇ ਉਸ ਦੇ ਉਲਟ ਇਹਨਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਹੈ। ਹਾਂਜੀ, ਹੁਣ ਅਸੀਂ ਟਰੈਵਲ ਏਜੰਸੀ ਬਾਰੇ ਜਾਣਕਾਰੀ ਲਵਾਂਗੇ। ਟਰੈਵਲ ਏਜੰਸੀ ਕਿਸੇ ਇਕੱਲੇ ਇਨਸਾਨ ਵੱਲੋਂ ਜਾਂ ਕਿਸੇ ਫਰਮ ਵੱਲੋਂ ਵੀ ਚਲਾਈ ਜਾ ਸਕਦੀ ਹੈ, ਜਿਸ ਨੂੰ ਟਰੈਵਲ ਏਜੰਸੀ ਕਿਹਾ ਜਾਂਦਾ ਹੈ। ਟਰੈਵਲ ਏਜੰਸੀ ਇੱਕ ਦਫ਼ਤਰ ਹੈ ਜਿਸ ਵਿੱਚ ਬੈਠ ਕੇ ਯਾਤਰਾ ਨਾਲ ਸੰਬੰਧਿਤ ਸਾਰੀਆਂ ਗਤੀਵਿਧੀਆਂ ਨੂੰ ਇਕੱਠਾ ਕਰਕੇ ਗ੍ਰਾਹਕ ਨੂੰ ਵੇਚਿਆ ਜਾਂਦਾ ਹੈ, ਉਸ ਦੀ ਲੋੜ, ਉਸ ਦੀ ਸੰਤੁਸ਼ਟੀ ਅਨੁਸਾਰ। ਇੱਕ ਟਰੈਵਲ ਏਜੰਸੀ ਹੀ ਹੈ ਜੋ ਯਾਤਰਾ ਨੂੰ ਸੁਖਾਵਲਾ ਬਣਾਉਂਦੀ ਹੈ। ਹਾਂਜੀ, ਪ੍ਰੋਡਕਟਸ ਕੀ ਹਨ ਟਰੈਵਲ ਏਜੰਸੀ ਦੇ? ਟਰੈਵਲ ਏਜੰਸੀ ਕੀ ਸੇਲ ਕਰਦੀ ਹੈ ਮਾਰਕੀਟ ਦੇ ਵਿੱਚ? ਸਭ ਤੋਂ ਪਹਿਲਾਂ ਅਸੀਂ ਪਾਸਪੋਰਟ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਪਾਸਪੋਰਟ ਇੱਕ ਸਰਕਾਰੀ ਦਸਤਾਵੇਜ਼ ਹੈ ਜੋ ਕਿ ਸਰਕਾਰ ਵੱਲੋਂ ਇਸ਼ੂ ਕੀਤਾ ਗਿਆ ਇੱਕ ਸ਼ਨਾਖਤੀ ਪੱਤਰ ਹੈ, ਜਿਸ ਨੂੰ ਅਸੀਂ ਐਜ਼ ਏ ਆਈਡੈਂਟੀਟੀ ਕਾਰਡ ਵੀ ਯੂਜ਼ ਕਰ ਸਕਦੇ ਹਾਂ। ਵਿਦੇਸ਼ ਵਿੱਚ ਯਾਤਰਾ ਕਰਨ ਦੇ ਲਈ ਪਾਸਪੋਰਟ ਜ਼ਰੂਰੀ ਹੈ। ਉਸ ਤੋਂ ਇਲਾਵਾ ਫਲਾਈਟ ਟਿਕਟਸ, ਜਿਸ ਤਰ੍ਹਾਂ ਆਪਾਂ ਉੱਪਰ ਫੋਟੋ ਦੇਖ ਰਹੇ ਹਾਂ, ਇੱਕ ਏਅਰਪਲੇਨ ਦੀ ਫੋਟੋ ਦੇਖ ਰਹੇ ਹਾਂ। ਡੋਮੈਸਟਿਕ ਯਾਨੀ ਕਿ ਘਰੇਲੂ ਜਹਾਜ਼ਾਂ ਦੀਆਂ ਟਿਕਟਾਂ ਅਤੇ ਅੰਤਰਰਾਸ਼ਟਰੀ ਜਹਾਜ਼ ਦੀਆਂ ਟਿਕਟਾਂ ਇੱਕ ਟਰੈਵਲ ਏਜੰਟ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਰੇਲਵੇ ਦੀਆਂ ਟਿਕਟਾਂ, ਬੱਸ ਦੀਆਂ ਟਿਕਟਾਂ, ਅਸੀਂ ਕੋਈ ਕੈਬ ਬੁੱਕ ਕਰਨੀ ਹੈ, ਇਹ ਸਾਰਾ ਪ੍ਰਬੰਧ ਜੋ ਹੈ ਉਹ ਟਰੈਵਲ ਏਜੰਸੀ ਵੱਲੋਂ ਕੀਤਾ ਜਾਂਦਾ ਹੈ। ਪੈਸੇ ਦਾ ਤਬਾਦਲਾ ਵੀ ਅਸੀਂ ਟਰੈਵਲ ਏਜੰਸੀ ਵਿੱਚ ਹੀ ਕਰਦੇ ਹਾਂ, ਜਿਸ ਨੂੰ ਅਸੀਂ ਫੋਰਨ ਐਕਸਚੇਂਜ ਕਹਿੰਦੇ ਹਾਂ। ਹਾਂਜੀ, ਹੁਣ ਅਸੀਂ ਜਾਣਦੇ ਹਾਂ ਕਿ ਇੱਕ ਟਰੈਵਲ ਏਜੰਸੀ ਕਿੱਦਾਂ ਕੰਮ ਕਰਦੀ ਹੈ।
ਟਰੈਵਲ ਏਜੰਸੀ ਦਾ ਆਰਗੇਨਾਈਜੇਸ਼ਨ ਚਾਰਟ ਤੁਸੀਂ ਦੇਖ ਰਹੇ ਹੋ ਬੱਚੋ। ਸਭ ਤੋਂ ਉੱਪਰਲੀ ਪੋਜੀਸ਼ਨ ਦੇ ਉੱਤੇ ਮੈਨੇਜਰ ਹੁੰਦਾ ਹੈ। ਮੈਨੇਜਰ ਉਹ ਹੁੰਦਾ ਹੈ ਜੋ ਪੂਰੀ ਟਰੈਵਲ ਏਜੰਸੀ ਉੱਤੇ ਧਿਆਨ ਰੱਖਦਾ ਹੈ। ਸਾਰੇ ਜਿੰਨੇ ਡਿਪਾਰਟਮੈਂਟ ਉਸ ਦੇ ਅੰਡਰ ਆਉਂਦੇ ਹਨ, ਇਕੱਲੇ ਇਕੱਲੇ ਡਿਪਾਰਟਮੈਂਟ ਨੂੰ ਸਹੀ ਢੰਗ ਨਾਲ ਚਲਾਉਣਾ ਉਹ ਮੈਨੇਜਰ ਦਾ ਕੰਮ ਹੁੰਦਾ ਹੈ। ਮੈਨੇਜਰ ਦੇ ਨਾਲ ਉਹਨਾਂ ਦੇ ਸਹਾਇਕ ਸੈਕਟਰੀ ਵੀ ਕੰਮ ਕਰਦੇ ਹਨ। ਉਸ ਤੋਂ ਥੱਲੇ ਓਪਰੇਸ਼ਨਸ ਸ਼ੁਰੂ ਹੁੰਦੇ ਹਨ ਕਿ ਕੰਮ ਕੀ ਨੇ। ਹਾਂਜੀ, ਅਸੀਂ ਰਾਈਟ ਸਾਈਡ 'ਤੇ ਸੇਲਸ ਦੇਖ ਰਹੇ ਹਾਂ। ਸੇਲਸ ਇੱਕ ਡਿਪਾਰਟਮੈਂਟ ਹੈ ਜੋ ਕਿ ਹਰ ਇੱਕ ਵਿਭਾਗ ਦੇ ਵਿੱਚ ਹੁੰਦਾ ਹੈ। ਸੇਲਸ ਦਾ ਕੰਮ ਟਰੈਵਲ ਏਜੰਸੀ ਦੇ ਵਿੱਚ ਕੀ ਹੈ, ਜੋ ਪ੍ਰੋਡਕਟਸ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਜਹਾਜ਼ਾਂ ਦੀਆਂ ਟਿਕਟਾਂ, ਰੇਲਵੇ ਦੀਆਂ ਟਿਕਟਾਂ, ਫੋਰਨ ਐਕਸਚੇਂਜ, ਵੀਜ਼ਾ, ਪਾਸਪੋਰਟ, ਇਹ ਸਭ ਕੁਝ ਸੇਲ ਕਰਨ ਦਾ ਜ਼ਿੰਮਾ ਸੇਲਸ ਡਿਪਾਰਟਮੈਂਟ ਦਾ ਹੁੰਦਾ ਹੈ। ਸੇਲ ਕਰਨ ਦੇ ਹੁਣ ਮਾਧਿਅਮ ਸਮੇਂ ਦੇ ਅਨੁਸਾਰ ਬਦਲਦੇ ਜਾਂਦੇ ਨੇ ਅਤੇ ਹੁਣ ਸੇਲ ਡਿਪਾਰਟਮੈਂਟ ਇੰਟਰਨੈਟ ਦੇ ਥਰੂ ਆਪਣੇ ਪ੍ਰੋਡਕਟਸ ਦੀ ਸੇਲ ਕਰ ਰਿਹਾ ਹੈ। ਸਭ ਤੋਂ ਵਧੀਆ ਉਦਾਹਰਨ ਇੰਟਰਨੈਟ ਹੈ। ਉਸ ਤੋਂ ਬਾਅਦ ਅਸੀਂ ਅਖਬਾਰਾਂ ਦੇ ਵਿੱਚ ਪੈਂਫਲੇਟਸ ਦੇਖਦੇ ਹਾਂ, ਬਰੋਸ਼ਰ ਦੇਖਦੇ ਹਾਂ। ਇਹਨਾਂ ਦੇ ਥਰੂ ਸੇਲਸ ਡਿਪਾਰਟਮੈਂਟ ਟਰੈਵਲ ਏਜੰਸੀ ਵੱਲੋਂ ਬਣਾਏ ਗਏ ਪ੍ਰੋਡਕਟਸ ਨੂੰ ਸੇਲ ਕਰਦਾ ਹੈ। ਉਸ ਤੋਂ ਨੀਚੇ ਅਕਾਊਂਟ ਐਗਜ਼ੀਕਿਊਟਿਵ ਆ ਜਾਂਦੇ ਹਨ, ਜੋ ਉਹਨਾਂ ਦਾ ਲੇਖਾ ਜੋਖਾ, ਪੈਸੇ ਨਾਲ ਸੰਬੰਧਿਤ ਜਿੰਨਾ ਲੈਣ ਦੇਣ ਹੈ ਸੇਲਸ ਦਾ, ਉਹ ਮੇਨਟੇਨ ਕੀਤਾ ਜਾਂਦਾ ਹੈ। ਹਾਂਜੀ, ਹੁਣ ਅਸੀਂ ਦੂਜੇ ਵੱਲ ਝਾਤ ਮਾਰਦੇ ਹਾਂ, ਐਡਮਿਨਿਸਟ੍ਰੇਸ਼ਨ। ਐਡਮਿਨਿਸਟ੍ਰੇਸ਼ਨ ਵਿੱਚ ਓਵਰਆਲ ਸਾਰਾ ਕੁਝ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਅਸੀਂ ਇਸ ਦੇ ਨੀਚੇ ਦੇਖ ਰਹੇ ਹਾਂ, ਬੁੱਕ ਕੀਪਰ, ਜਿੱਥੇ ਬੁੱਕਸ ਵਗੈਰਾ ਦਾ ਸਾਰਾ ਫਾਈਲ ਵਗੈਰਾ ਦਾ ਰਿਕਾਰਡ ਰੱਖਿਆ ਜਾਂਦਾ ਹੈ। ਉਸ ਤੋਂ ਨੀਚੇ ਕੈਸ਼ੀਅਰ ਆ ਜਾਂਦਾ ਹੈ ਜੋ ਪੈਸੇ ਦਾ ਹਿਸਾਬ ਕਿਤਾਬ ਰੱਖਦਾ ਹੈ। ਸੈਲਰੀਜ਼ ਦੇਣੀਆਂ ਨੇ ਜਾਂ ਪੈਸਾ ਕਿਹੜੀ ਟਿਕਟ ਨੂੰ ਕਿੰਨਾ ਗਿਆ, ਕਿੰਨਾ ਕਮਿਸ਼ਨ ਆਇਆ, ਕਿਹੜੇ ਹੋਟਲ ਦੀ ਬੁਕਿੰਗ ਅਸੀਂ ਕਦੋਂ ਕੀਤੀ, ਪੈਸੇ ਕਿੰਨੇ ਆਏ, ਉਸ ਦਾ ਕਮਿਸ਼ਨ ਕਿੰਨਾ ਆਇਆ, ਇਹ ਕੈਸ਼ੀਅਰ ਹਿਸਾਬ ਕਿਤਾਬ ਰੱਖਦੇ ਨੇ। ਉਸ ਦਾ ਯੂਟੀਲਿਟੀ ਪਰਸਨਲ, ਇਹ ਟਰੈਵਲ ਏਜੰਸੀ ਦੇ ਵਿੱਚ ਹੀ ਯੂਟੀਲਿਟੀ, ਥੋੜ੍ਹਾ ਬਹੁਤਾ ਕੋਈ ਸਾਜੋ ਸਮਾਨ, ਕੋਈ ਵਰਤਣ ਵਾਲਾ, ਕੋਈ ਉਸ ਦਾ ਥੋੜ੍ਹਾ ਬਹੁਤ ਓਵਰਆਲ ਵਿਊ ਰੱਖਦੇ ਨੇ, ਧਿਆਨ ਰੱਖਦੇ ਨੇ। ਇਹ ਬਿਜਲੀ ਹੋ ਗਿਆ, ਪਾਣੀ ਹੋ ਗਿਆ, ਇੰਟਰਨੈਟ ਹੋ ਗਿਆ, ਇਹ ਸਭ ਕੁਝ ਯੂਟੀਲਿਟੀ ਵਿੱਚ ਆ ਜਾਂਦਾ ਜੀ। ਹਾਂਜੀ, ਓਪਰੇਸ਼ਨਸ ਤੋਂ ਬਾਅਦ ਉਸ ਦੇ ਨੀਚੇ ਟਰੈਵਲ ਕਾਉਂਸਲਰ ਆ ਜਾਂਦਾ ਹੈ। ਟਰੈਵਲ ਕਾਉਂਸਲਰ ਕੌਣ ਹੁੰਦਾ ਹੈ? ਜੋ ਸਾਨੂੰ ਇੱਕ ਯਾਤਰੀ ਨੂੰ ਯਾਤਰਾ ਕਰਨ ਤੋਂ ਪਹਿਲਾਂ ਕਿਸੇ ਯਾਤਰਾ ਸਥਾਨ ਬਾਰੇ ਪੂਰੀ ਜਾਣਕਾਰੀ ਦੇਣ ਦਾ ਕੰਮ ਇੱਕ ਟਰੈਵਲ ਕਾਉਂਸਲਰ ਦਾ ਹੈ। ਟਰੈਵਲ ਕਾਉਂਸਲਰ ਇੱਕ ਟੂਰਿਸਟ ਨੂੰ ਸਭ ਕੁਝ ਦੱਸਦਾ ਹੈ ਜੋ ਯਾਤਰਾ ਦੇ ਨਾਲ ਸੰਬੰਧਿਤ ਹੁੰਦਾ ਹੈ ਕਿ ਤੁਸੀਂ ਕਿਸ ਸਮੇਂ, ਫੋਰ ਐਗਜ਼ਾਮਪਲ ਆਪਾਂ ਛੋਟੀ ਜਿਹੀ ਉਦਾਹਰਨ ਰਾਜਸਥਾਨ ਦੀ ਲੈ ਲੈਂਦੇ ਹਾਂ। ਅਗਰ ਅਸੀਂ ਕਿਸੇ ਟਰੈਵਲ ਏਜੰਸੀ ਦੇ ਵਿੱਚ ਜਾਂਦੇ ਹਾਂ, ਉੱਥੇ ਅਸੀਂ ਜਾ ਕੇ ਜੂਨ ਦੇ ਵਿੱਚ ਟਰੈਵਲ ਏਜੰਟ ਨੂੰ ਰਿਕੁਐਸਟ ਕਰੀਏ ਕਿ ਸਾਡੇ ਇੱਦਾਂ ਇੱਦਾਂ ਕਰਕੇ ਰਾਜਸਥਾਨ ਦੀ ਪਲੈਨਿੰਗ ਹੈ ਅਤੇ ਸਾਨੂੰ ਰਾਜਸਥਾਨ ਬਾਰੇ ਜਾਣਕਾਰੀ ਦਿੱਤੀ ਜਾਵੇ, ਉਹ ਸਾਨੂੰ ਰੈਫਰ ਕਰੂਗਾ ਕਿ ਰਾਜਸਥਾਨ ਦੇ ਵਿੱਚ ਬੈਸਟ ਟਾਈਮ ਵਿਜ਼ਿਟ ਕਰਨ ਦਾ ਜੂਨ ਜੁਲਾਈ ਨਹੀਂ ਹੈ, ਇਹ ਹੈ ਵਿੰਟਰ ਸੀਜ਼ਨ, ਯਾਨੀ ਕਿ ਨਵੰਬਰ ਦਸੰਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ। ਇਹ ਸਾਰੀ ਜਾਣਕਾਰੀ ਆਪਾਂ ਨੂੰ ਇੱਕ ਟਰੈਵਲ ਕਾਉਂਸਲਰ ਦਿੰਦਾ ਹੈ। ਉਸ ਤੋਂ ਬਾਅਦ ਰਿਜ਼ਰਵੇਸ਼ਨ, ਟਿਕਟਿੰਗ ਆ ਜਾਂਦੀ ਹੈ, ਜੋ ਹੋਟਲ ਦੀ ਰਿਜ਼ਰਵੇਸ਼ਨ ਕਰਦੇ ਹਨ ਅਤੇ ਟਿਕਟਿੰਗ ਕਾਊਂਟਰ ਦੇਖਦੇ ਹਨ ਜਿੱਥੇ ਕਿ ਅਸੀਂ ਇੰਟਰਨੈਸ਼ਨਲ ਅਤੇ ਡੋਮੈਸਟਿਕ ਟਿਕਟ ਕਰਵਾ ਸਕਦੇ ਹਾਂ। ਹਾਂਜੀ, ਉਸ ਤੋਂ ਬਾਅਦ ਟਰੈਵਲ ਏਜੰਸੀ ਦੀਆਂ ਸਰਵਿਸਿਜ਼ ਕੀ ਕੁਛ ਨੇ। ਅਸੀਂ ਪ੍ਰੋਡਕਟਸ ਬਾਰੇ ਜਾਣ ਚੁੱਕੇ ਹਾਂ ਕਿ ਪ੍ਰੋਡਕਟਸ ਕੀ ਹਨ, ਅਤੇ ਹੁਣ ਅਸੀਂ ਟਰੈਵਲ ਏਜੰਸੀ ਦੀਆਂ ਸਰਵਿਸਾਂ ਬਾਰੇ ਜਾਣਾਂਗੇ। ਏਅਰਪੋਰਟ ਸਰਵਿਸ, ਜਿੱਦਾਂ ਕਿ ਕੋਈ ਕਸਟਮਰ, ਕੋਈ ਟੂਰਿਸਟ ਨੂੰ ਏਅਰਪੋਰਟ ਤੋਂ ਪਿਕਅਪ ਐਂਡ ਡਰੋਪ ਕਰਨਾ ਹੈ ਤਾਂ ਉਹ ਸਰਵਿਸ ਇੱਕ ਟਰੈਵਲ ਏਜੰਸੀ ਵੱਲੋਂ ਹੀ ਦਿੱਤੀ ਜਾਂਦੀ ਹੈ। ਡਿਲੀਵਰੀ ਆਫ ਡਾਕੂਮੈਂਟਸ ਦੀ ਡਿਲੀਵਰੀ, ਜੋ ਕਿ ਇਸ ਦੇ ਵਿੱਚ ਅਸੀਂ ਵੀਜ਼ਾ, ਪਾਸਪੋਰਟ ਵੀ ਲੈ ਸਕਦੇ ਹਾਂ, ਇਸ ਵਿੱਚ ਅਸੀਂ ਆਈਟਨਰੀ ਵੀ ਲੈ ਸਕਦੇ ਹਾਂ। ਸਾਰੇ ਡਾਕੂਮੈਂਟਸ ਜੋ ਯਾਤਰਾ ਨਾਲ ਸੰਬੰਧਿਤ ਹਨ ਉਸ ਦੀ ਪੂਰੀ ਪੜਤਾਲ, ਉਸ ਨੂੰ ਸਹੀ ਤਰੀਕੇ ਨਾਲ ਬਣਾ ਕੇ ਕਸਟਮਰ ਤੱਕ, ਟੂਰਿਸਟ ਤੱਕ ਪਹੁੰਚਦਾ ਕਰਨਾ, ਇਹ ਸਾਰੀ ਜ਼ਿੰਮੇਵਾਰੀ ਇੱਕ ਟਰੈਵਲ ਕੰਸਲਟੈਂਟ ਦੀ ਹੈ।
ਐਮਰਜੈਂਸੀ 24 ਆਵਰ ਸਰਵਿਸ, ਕੋਈ ਗੈਸਟ ਹੈ ਕਿਤੇ ਬਾਹਰ ਗਿਆ ਹੋਇਆ ਹੈ ਅਤੇ ਉਸ ਨੂੰ ਸਮੇਂ-ਸਮੇਂ 'ਤੇ ਕਿਸੇ ਵੀ ਪ੍ਰਕਾਰ ਦੀ ਕੋਈ ਹੈਲਪ ਹੈ ਤਾਂ ਇਸ ਦੇ ਲਈ ਟਰੈਵਲ ਏਜੰਸੀ ਹਮੇਸ਼ਾ ਅੱਗੇ ਆਉਂਦੀ ਹੈ ਅਤੇ ਉਹ ਆਪਣੀ ਜਾਣਕਾਰੀ ਦਿੰਦੀ ਹੈ। VIP ਸਕੀਮ ਮੈਨੇਜਮੈਂਟਸ, ਫਰੀਕੁਐਂਟਲੀ ਫਲਾਇਰ, ਅਸੀਂ ਕਦੋਂ ਉੱਡ ਸਕਦੇ ਹਾਂ, VIP ਕਿਹੜੀਆਂ ਸਕੀਮ ਸਮੇਂ-ਸਮੇਂ 'ਤੇ ਆਉਂਦੀਆਂ ਰਹਿੰਦੀਆਂ ਹਨ, ਇਸ ਬਾਰੇ ਵੀ ਚਾਨਣਾ ਪਾਇਆ ਜਾਂਦਾ ਹੈ। ਮੈਨੇਜਿੰਗ ਗਰੁੱਪਸ, ਕਾਨਫਰੰਸ, ਐਗਜੀਬਿਸ਼ਨਸ, ਇਨਸੈਂਟਿਵ ਟਰੈਵਲ, ਇਹ ਸਾਰਾ ਕੁਝ ਮਾਈਕਸ ਦੇ ਵਿੱਚ ਆ ਜਾਂਦਾ ਹੈ। ਜਦੋਂ ਅਸੀਂ ਮੀਟਿੰਗ ਜਾਂ ਕਿਸੇ ਬਿਜ਼ਨਸ ਡੀਲ ਦੇ ਰਿਗਾਰਡਿੰਗ ਅਸੀਂ ਕਿਤੇ ਯਾਤਰਾ ਕਰਦੇ ਹਾਂ, ਉਹ ਸਾਰਾ ਕੁਝ ਪਲੈਨਿੰਗ, ਉੱਥੇ ਠਹਿਰਨਾ, A to Z ਦੀ ਪਲੈਨਿੰਗ, ਉਹ ਸਾਰੀ ਇੱਕ ਟਰੈਵਲ ਏਜੰਟ ਵੱਲੋਂ ਕੀਤੀ ਜਾਂਦੀ ਹੈ ਟਰੈਵਲ ਏਜੰਸੀ ਦੇ ਵਿੱਚ ਬੈਠ ਕੇ। ਹਾਂਜੀ, ਉਸ ਤੋਂ ਬਾਅਦ ਪਾਸਪੋਰਟ ਦੇ ਵੀਜ਼ਾ ਬਾਰੇ ਦੀ ਪ੍ਰੋਪਰ ਜਾਣਕਾਰੀ ਜੋ ਹੈ ਉਹ ਇੱਕ ਟਰੈਵਲ ਏਜੰਸੀ ਵੱਲੋਂ ਦਿੱਤੀ ਜਾਂਦੀ ਹੈ ਕਿ ਟੂਰਿਸਟ ਵੀਜ਼ਾ ਹੈ, ਅਗਰ ਅਸੀਂ ਉਹ ਫੋਰ ਐਗਜ਼ਾਮਪਲ ਸਿੰਗਾਪੁਰ ਦੇ ਲੈ ਰਹੇ ਹਾਂ, ਉਹ 1 ਮੰਥ ਦਾ ਹੈ, ਉਹਦੀ ਐਕਸਪਾਇਰੀ 30 ਡੇਜ਼ ਹੈ, ਅਤੇ ਅਸੀਂ ਕਿੰਨੇ ਦਿਨਾਂ ਦੇ ਵਿੱਚ ਵਾਪਸ ਆਉਣਾ ਹੈ ਜਾਂ ਉੱਥੇ ਅਸੀਂ ਓਵਰਸਟੇ ਕਰ ਸਕਦੇ ਹਾਂ, ਨਹੀਂ ਕਰ ਸਕਦੇ। ਸਟੂਡੈਂਟ ਵੀਜ਼ਾ ਕੀ ਹੈ, ਟੂਰਿਸਟ ਵੀਜ਼ਾ ਕੀ ਹੈ, ਵਿਜ਼ਿਟਰ ਵੀਜ਼ਾ ਕੀ ਹੈ, ਇਸ ਬਾਰੇ ਵੀ ਜਾਣਕਾਰੀ ਹੈ ਜੋ ਉਹ ਸਾਨੂੰ ਟਰੈਵਲ ਏਜੰਟ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ। ਪੇਮੈਂਟਸ ਐਂਡ ਪਲਾਨਸ, ਪੇਮੈਂਟਸ ਬਾਰੇ ਵੀ ਪ੍ਰੋਪਰ ਜਾਣਕਾਰੀ ਸਾਨੂੰ ਇੱਕ ਟਰੈਵਲ ਏਜੰਸੀ ਵੱਲੋਂ ਹੀ ਦਿੱਤੀ ਜਾਂਦੀ ਹੈ। ਕਲਾਇੰਟ ਰਿਪੋਰਟਸ, ਟਰੈਵਲ ਮੈਨੇਜਮੈਂਟ ਸਟਿਕਸ, ਇਹ ਅਸੀਂ ਆਲਰੇਡੀ ਉੱਪਰ ਕਵਰ ਅਪ ਕਰ ਚੁੱਕੇ ਹਾਂ। ਹਾਂਜੀ, ਇੱਕ ਟਰੈਵਲ ਏਜੰਟ ਕੀ ਕਰਦਾ ਹੈ, ਉਸ ਦੀ ਮੇਨ ਡਿਊਟੀਜ਼ ਕੀ ਨੇ? ਆਪਣੇ ਬਿਜ਼ਨਸ ਨੂੰ ਵਧਾਉਣ ਲਈ ਪ੍ਰਮੋਸ਼ਨ ਕਰਨਾ, ਮਾਰਕੀਟਿੰਗ ਕਰਨਾ। ਮਾਰਕੀਟਿੰਗ ਦੀ ਏਡਸ ਅਸੀਂ ਪਹਿਲਾਂ ਹੀ ਜਾਣ ਚੁੱਕੇ ਹਾਂ ਕਿ ਅੱਜ ਦੇ ਸਮੇਂ ਵਿੱਚ ਮਾਰਕੀਟਿੰਗ ਅਤੇ ਪ੍ਰਮੋਸ਼ਨ ਦਾ ਇੱਕੋ ਹੀ ਸਭ ਤੋਂ ਵਧੀਆ ਜ਼ਰੀਆ ਹੈ, ਉਹ ਹੈ ਇੰਟਰਨੈੱਟ। ਈਮੇਲਸ ਦੇ ਥਰੂ, ਫੇਸਬੁੱਕ ਦੇ ਥਰੂ, ਇੰਸਟਾਗ੍ਰਾਮ ਦੇ ਥਰੂ, ਵਟਸਐਪ ਦੇ ਥਰੂ ਅਸੀਂ ਵੱਖਰੇ ਪੇਜਿਸ ਬਣਾ ਕੇ ਅਸੀਂ ਕਸਟਮਰ ਨੂੰ ਅਟਰੈਕਟ ਕਰ ਸਕਦੇ ਹਾਂ ਅਤੇ ਆਪਣਾ ਪ੍ਰੋਡਕਟ ਸਰਵਿਸਿਸ ਅਸੀਂ ਸੇਲ ਕਰ ਸਕਦੇ ਹਾਂ। ਡੀਲਿੰਗ ਵਿਦ ਕਸਟਮਰ ਕੁਇਰੀਜ਼ ਐਂਡ ਕੰਪਲੇਂਟਸ, ਕਿਸੇ ਕਸਟਮਰ ਦੀ ਕੋਈ ਕੁਇਰੀ ਹੈ, ਉਸ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਉਸ ਦੀ ਕੋਈ ਸ਼ਿਕਾਇਤ ਹੈ, ਇਸ ਦਾ ਜੋ ਨਿਬੇੜਾ ਹੈ ਉਹ ਵੀ ਇੱਕ ਟਰੈਵਲ ਏਜੰਟ ਦੇ ਵੱਲੋਂ ਕੀਤਾ ਜਾਂਦਾ ਹੈ। ਵੀਜ਼ਾ ਅਤੇ ਪਾਸਪੋਰਟ ਦੇ ਨਾਲ ਸੰਬੰਧਿਤ ਜਾਣਕਾਰੀ ਵੀ ਦਿੱਤੀ ਜਾਂਦੀ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਰਿਕਰੂਟਮੈਂਟ, ਟ੍ਰੇਨਿੰਗ ਐਂਡ ਸੁਪਰਵਿਜ਼ਨ ਸਟਾਫ, ਜੋ ਸਟਾਫ ਇੱਕ ਟਰੈਵਲ ਏਜੰਸੀ ਦੇ ਵਿੱਚ ਕੰਮ ਕਰਦਾ ਹੈ ਉਹ ਵੀ ਸੀਨੀਅਰ ਟਰੈਵਲ ਏਜੰਟ ਵੱਲੋਂ ਸਮੇਂ-ਸਮੇਂ 'ਤੇ ਟ੍ਰੇਨ ਕੀਤਾ ਜਾਂਦਾ ਹੈ, ਕਿਉਂਕਿ ਸੀਜ਼ਨਲ ਅਤੇ ਐਨੂਅਲੀ ਨਵੀਆਂ ਕੁਝ ਡੈਸਟੀਨੇਸ਼ਨਸ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਕਹਿਣ ਦਾ ਭਾਵ ਨਵੇਂ ਸੈਰ ਸਪਾਟੇ ਸਥਾਨ ਉੱਭਰ ਕੇ ਆਉਂਦੇ ਹਨ, ਉਸ ਦੇ ਨਾਲ ਸੰਬੰਧਿਤ ਰੂਲ ਰੈਗੂਲੇਸ਼ਨ ਪਾਲਿਸੀਜ਼ ਵੀ ਨਵੀਆਂ ਬਣਦੀਆਂ ਹਨ, ਕੁਝ ਚੇਂਜ ਹੁੰਦੀਆਂ ਹਨ, ਕਿਸੇ ਵਿੱਚ ਤੋੜ ਮਰੋੜ ਹੁੰਦਾ ਹੈ। ਉਹ ਸਾਰੀਆਂ ਜਾਣਕਾਰੀਆਂ ਟਰੈਵਲ ਏਜੰਟ ਆਪਣੇ ਸਟਾਫ ਨੂੰ ਦਿੰਦਾ ਹੈ ਤਾਂ ਜੋ ਉਹ ਸਹੀ ਜਾਣਕਾਰੀ ਹੈ ਉਹ ਆਪਣੇ ਟੂਰਿਸਟ, ਆਪਣੇ ਕਸਟਮਰ, ਆਪਣੇ ਗੈਸਟ ਤੱਕ ਪ੍ਰੋਵਾਈਡ ਕਰ ਸਕਣ। ਬਜਟ ਨੂੰ ਮੇਨਟੇਨ ਕਰਨਾ, ਕਿੰਨਾ ਸਾਡਾ ਬਜਟ ਹੈ, ਉਸ ਵਿੱਚੋਂ ਅਸੀਂ ਕਿੰਨਾ ਖਰਚ ਚੁੱਕੇ ਹਾਂ, ਕਿੰਨਾ ਸਾਨੂੰ ਪ੍ਰੋਫਿਟ ਹੈ, ਕਿੰਨਾ ਲਾਸ ਹੈ, ਇਹ ਸਾਰਾ ਕੁਝ। ਫਾਈਨੈਂਸ਼ੀਅਲ ਸਟੈਟਿਸਟਿਕਸ ਐਂਡ ਫਾਈਨੈਂਸ਼ੀਅਲ ਰਿਕਾਰਡਸ ਬਣਾ ਕੇ ਰੱਖੇ ਨੇ। ਫਾਈਨੈਂਸ਼ੀਅਲ, ਸਾਨੂੰ ਕਿੰਨਾ ਲਾਸ ਹੋਇਆ, ਸਾਨੂੰ ਕਿੰਨਾ ਗੇਨ ਹੋਇਆ, ਕਿਸ ਵਿੱਚੋਂ ਸਾਨੂੰ ਕਿੰਨਾ ਕਮਿਸ਼ਨ ਆਇਆ, ਇਹ ਸਾਰਾ ਕੁਝ ਡਾਕੂਮੈਂਟੇਸ਼ਨ ਵੀ ਇੱਕ ਟਰੈਵਲ ਏਜੰਟ ਵੱਲੋਂ ਕੀਤੀ ਜਾਂਦੀ ਹੈ। ਪਲੈਨਿੰਗ, ਬਿਲਕੁਲ ਪਲੈਨਿੰਗ ਜ਼ਰੂਰੀ ਹੈ ਟਰੈਵਲ ਏਜੰਸੀ ਦਾ। ਜਿੱਥੇ ਨਾ ਆਉਂਦਾ ਟੂਰ ਨਾ ਆਉਂਦਾ ਅਤੇ ਉੱਥੇ ਪਲੈਨਿੰਗ ਤਾਂ ਬਣਦੀ ਹੀ ਹੈ। ਸੈਲਿੰਗ ਹੌਲੀਡੇਜ਼ ਇੰਸ਼ੋਰੈਂਸ, ਹੌਲੀਡੇਜ਼ ਨੂੰ ਵੇਚਣਾ, ਵਕੇਸ਼ਨ ਨੂੰ ਵੇਚਣਾ, ਇਹੀ ਇੱਕ ਟਰੈਵਲ ਏਜੰਟ ਦਾ ਮੇਨ ਕੰਮ ਹੈ। ਸੈਲਿੰਗ ਹੌਲੀਡੇਜ਼ ਐਂਡ ਇੰਸ਼ੋਰੈਂਸ, ਇੰਸ਼ੋਰੈਂਸ ਮਤਲਬ ਬੀਮਾ। ਇੰਸ਼ੋਰੈਂਸ ਅੱਜ ਕੱਲ੍ਹ ਟਰੈਵਲ ਇੰਸ਼ੋਰੈਂਸ ਪਹਿਲਾਂ ਇੰਨੇ ਜ਼ਿਆਦਾ ਪ੍ਰਚਲਿਤ ਨਹੀਂ ਸੀ, ਬਹੁਤ ਘੱਟ ਰੀਜਨ ਦੇ ਵਿੱਚ ਹੁੰਦੀ ਸੀ, ਬਟ ਹੁਣ ਸਮੇਂ 'ਤੇ ਟਰੈਵਲ ਇੰਸ਼ੋਰੈਂਸ ਬਹੁਤ ਉੱਭਰ ਕੇ ਸਾਹਮਣੇ ਆਈ ਹੈ। ਅਸੀਂ ਕਿਤੇ ਜਾਂਦੇ ਹਾਂ, ਉੱਥੇ ਫੋਰ ਐਗਜ਼ਾਮਪਲ ਅਸੀਂ ਸਾਊਥ ਅਫਰੀਕਾ ਵਿਜ਼ਿਟ ਕਰਦੇ ਹਾਂ ਜਾਂ ਸ਼੍ਰੀਲੰਕਾ ਵਿਜ਼ਿਟ ਕਰਦੇ ਹਾਂ, ਅਗਰ ਸਾਡੇ ਕੋਲ ਇੱਕ ਟਰੈਵਲ ਇੰਸ਼ੋਰੈਂਸ ਹੈ, ਅਗਰ ਸਾਨੂੰ ਉੱਥੇ ਕੋਈ ਦਿੱਕਤ ਆਉਂਦੀ ਹੈ, ਬਿਮਾਰੀ ਆਉਂਦੀ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਨੂੰ ਟਰੈਵਲ ਇੰਸ਼ੋਰੈਂਸ ਦੇ ਵਿੱਚ ਕਵਰ ਅਪ ਕੀਤਾ ਜਾਂਦਾ ਹੈ। ਜਾਣ ਤੋਂ ਪਹਿਲਾਂ ਟਰੈਵਲ ਇੰਸ਼ੋਰੈਂਸ ਦੀਆਂ ਟਰਮ ਐਂਡ ਕੰਡੀਸ਼ਨਸ ਪ੍ਰੋਪਰ ਤਰੀਕੇ ਨਾਲ ਰੀਡ ਕਰਨੀਆਂ ਚਾਹੀਦੀਆਂ ਹਨ। ਹਾਂਜੀ, ਹੁਣ ਅਸੀਂ ਕੁਝ ਵਰਲਡ ਦੀਆਂ ਟਰੈਵਲ ਏਜੰਸੀਜ਼ ਬਾਰੇ ਇੱਕ ਓਵਰਵਿਊ ਦਿੱਤਾ ਹੈ ਕਿ ਕਿਹੜੀਆਂ ਟਰੈਵਲ ਏਜੰਸੀਜ਼ ਵਰਲਡ ਦੀਆਂ ਹਨ, ਜਿਸ ਨੂੰ ਤੁਸੀਂ ਦੇਖ ਸਕਦੇ ਹੋ। ਥੋਮਸ ਕੁੱਕ, ਮੇਕ ਮਾਈ ਟ੍ਰਿਪ,
जो कि इंडिया दी है, yatra.com, ट्रैवल गुरु, त्रिवागो एंड ऑल दैट। ये कुछ कुछ ट्रैवल एजेंसियां के नाम हैं जो कि इंडिया ਅਤੇ वर्ल्ड लैवल ਤੇ टूरिज्म ਨੂੰ ਪ੍ਰਮੋਟ ਕਰ ਰਹੇ ਹਨ, जो कि ਐਜ਼ ਏ ट्रैवल एजेंसी ਇੱਕ ਟੂਰਿਸਟ ਨੂੰ ਸਪੋਰਟ ਕਰ ਰਹੀਆਂ ਹਨ ਅਤੇ ਉਸ ਨੂੰ ਉਸ ਦੀ ਯਾਤਰਾ ਨੂੰ ਸੁਖਾਵਣਾ ਬਣਾ ਰਹੀਆਂ ਹਨ। ਸਕਿੱਲਸ ਐਂਡ ਕੁਆਲਿਟੀਜ਼ ਆਫ ट्रैवल एजेंट। ਸਕਿੱਲਸ ਤੇ ਖੂਬੀਆਂ ਕੀ ਹੋਣੀਆਂ ਚਾਹੀਦੀਆਂ ਨੇ, ਕਿਹੜੇ ਹੁਨਰ ਹੋਣੇ ਚਾਹੀਦੇ ਨੇ ਇੱਕ ਟਰੈਵਲ ਏਜੰਟ ਦੇ ਵਿੱਚ, ਤਾਂ ਜੋ ਉਹ ਯਾਤਰਾ ਨੂੰ ਬਿਹਤਰ ਬਣਾ ਸਕੇ। ਕਸਟਮਰ ਸਰਵਿਸ ਸਕਿੱਲਸ ਹੋਣੀ ਚਾਹੀਦੀਆਂ ਹਨ। ਕਿਸੇ ਨਾਲ ਕਿੱਦਾਂ ਮਿਲਣਾ ਹੈ, ਕਿਸੇ ਨਾਲ ਕਿੱਦਾਂ ਗੱਲ ਕਰਨੀ ਹੈ, ਸਾਡਾ ਬੋਲਣ ਦਾ ਤਰੀਕਾ ਬੜਾ ਵਧੀਆ ਹੋਣਾ ਚਾਹੀਦਾ ਹੈ। ਆਵਾਜ਼ ਸਾਡੀ पोलाइट होनी चाहिए ਤਾਂ ਜੋ ਸਾਹਮਣੇ ਵਾਲੇ ਇਨਸਾਨ ਨੂੰ, ਸਾਹਮਣੇ ਵਾਲੇ ਗੈਸਟ ਨੂੰ ਪ੍ਰੋਪਰ ਸੁਣੇ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਇੱਕ ਐਡਮਿਨਿਸਟ੍ਰੇਟਿਵ ਸਕਿੱਲਸ, ਇੱਕ ਲੀਡਰਸ਼ਿਪ ਸਕਿੱਲਸ ਹੋਣੀ ਚਾਹੀਦੀਆਂ ਨੇ। ਇਹ ਸਕਿੱਲਸ ਅਗਰ ਇੱਕ ਚੰਗੇ ਟਰੈਵਲ ਏਜੰਟ ਦੇ ਵਿੱਚ ਹੋਣ ਤੇ ਟਰੈਵਲ ਏਜੰਸੀ ਆਪਣੇ ਚੰਗੇ ਮੁਕਾਮ ਤੇ ਪਹੁੰਚਦੀ ਹੈ ਅਤੇ ਆਪਣੇ ਕਸਟਮਰਸ ਨੂੰ ਵੀ ਸੈਟੀਸਫਾਈ ਕਰਦੀ ਹੈ। ਹਾਂਜੀ, ਹਾਊ ਡੂ ਟਰੈਵਲ ਏਜੰਟਸ ਮੇਕ ਮਨੀ। ਟਰੈਵਲ ਏਜੰਟਸ ਜੋ ਹੁੰਦੇ ਹਨ ਉਹ ਕਿਸ ਤਰ੍ਹਾਂ ਪੈਸਾ ਕਮਾਉਂਦੇ ਹਨ, ਇਹ ਸਭ ਆਪਣੇ ਮਨ ਦੇ ਵਿੱਚ ਬਹੁਤ ਵੱਡਾ ਇੱਕ ਕੁਐਸਚਨ ਹੁੰਦਾ ਹੀ ਹੈ ਕਿ ਟਰੈਵਲ ਏਜੰਟਸ ਕਿੱਦਾਂ ਪੈਸੇ ਬਣਾਉਂਦੇ ਹਨ। ਹਾਂਜੀ ਬੱਚਿਓ, 4 ਤਰੀਕੇ ਮੇਨ ਦਿੱਤੇ ਹੋਏ ਨੇ, ਵੈਸੇ ਹੋਰ ਬਹੁਤ ਤਰੀਕੇ ਨੇ ਜਿਸ ਦੇ ਰਾਹੀਂ ਇੱਕ ਟਰੈਵਲ ਏਜੰਟ ਪੈਸੇ ਕਮਾ ਸਕਦਾ ਹੈ। ਫਲਾਈਟਸ, ਹੋਟਲਸ, ਕਰੂਜ਼ ਲਾ ਲਓ, ਫੋਰਨ ਐਕਸਚੇਂਜ ਲਾ ਲਓ, ਕੁਝ ਵੀ ਲਾ ਲਓ, ਜਿੱਥੇ ਅਸੀਂ ਬੁਕਿੰਗ ਕਰਦੇ ਹਾਂ ਉੱਥੋਂ ਸਾਨੂੰ ਰਿਟਰਨ ਕਮਿਸ਼ਨ ਆਉਂਦਾ ਹੀ ਹੈ। ਫੋਰ ਐਗਜ਼ਾਮਪਲ ਮੈਂ ਛੋਟੀ ਤੁਹਾਨੂੰ ਇੱਕ ਪੰਜਾਬੀ 'ਚ ਉਦਾਹਰਨ ਦੇ ਦਿੰਦਾ। ਅਸੀਂ ਕੋਈ ਹੋਟਲ ਹੈ, ਕੋਈ ਰੂਮ ਹੈ, ਉਹ ਅਸੀਂ ਸ਼ਿਮਲੇ ਬੁੱਕ ਕੀਤਾ 2000 ਦਾ ਅਸੀਂ ਕਮਰਾ ਜੋ ਹੈ ਉਹ ਸ਼ਿਮਲੇ ਬੁੱਕ ਕੀਤਾ ਟਰੈਵਲ ਏਜੰਟ ਨੇ, ਅਤੇ ਉਸ ਦੇ ਓਪੋਜ਼ਿਟ ਜੋ ਹੋਟਲ ਹੈ ਉਸ ਨੂੰ ਕਮਿਸ਼ਨ ਦਿੰਦਾ ਹੈ। ਉਹ 200 ਹੋ ਸਕਦਾ ਹੈ, 150 ਹੋ ਸਕਦਾ, 300 ਹੋ ਸਕਦਾ ਹੈ। ਉਹ ਹੋਟਲ ਟੂ ਹੋਟਲ ਡਿਪੈਂਡ ਕਰਦਾ ਹੈ ਅਤੇ ਰੂਮ ਟੂ ਰੂਮ ਵੀ ਡਿਪੈਂਡ ਕਰਦਾ ਹੈ। ਇਸ ਤਰੀਕੇ ਦੇ ਨਾਲ ਜਿਹੜੇ ਟਰੈਵਲ ਏਜੰਟ ਨੇ ਉਹ ਬੁਕਿੰਗ ਦੇ ਥਰੂ ਹੀ ਕਮਿਸ਼ਨ ਉਹਨਾਂ ਨੂੰ ਮਿਲਦਾ ਹੈ। ਫਲਾਈਟਸ ਵੀ ਸੇਮ ਨੇ। ਫਲਾਈਟਸ ਅਗਰ ਅਸੀਂ ਬੁਕਿੰਗ ਕਰਦੇ ਹਾਂ ਅਤੇ ਫਲਾਈਟਸ ਸਾਨੂੰ ਉਸ ਦੇ ਓਪੋਜ਼ਿਟ ਸਾਨੂੰ ਕਮਿਸ਼ਨ ਦਿੰਦੀਆਂ ਹਨ ਕਿ ਤੁਸੀਂ ਇੱਕ ਟਾਰਗੇਟ ਵੀ ਹੁੰਦਾ ਹੈ ਕਿ ਅਗਰ ਤੁਸੀਂ ਇੰਨੇ ਟਾਰਗੇਟ, ਅਗਰ ਤੁਸੀਂ ਮਹੀਨੇ ਦੀਆਂ 100 ਟਿਕਟਾਂ ਤੁਸੀਂ ਸੇਲ ਕਰਦੇ ਹੋ ਤਾਂ ਤੁਹਾਨੂੰ ਇੰਨਾ ਕਮਿਸ਼ਨ ਮਿਲਣਾ, ਅਗਰ ਘੱਟ ਕਰੋਗੇ ਤਾਂ ਤੁਹਾਨੂੰ ਇੰਨਾ ਕਮਿਸ਼ਨ ਮਿਲਣਾ। ਇੱਕ ਕਮਿਸ਼ਨ ਦਾ ਇੱਕ ਓਵਰਵਿਊ ਸੀਗਾ। ਹਾਂਜੀ, ਟਰੈਵਲ ਏਜੰਟਸ ਗੈਟ ਪੇਡ ਔਨ ਕਮਿਸ਼ਨ ਬਾਈ ਹੋਟਲਸ, ਏਅਰਲਾਈਨ ਐਂਡ ਰਿਜ਼ੋਰਟਸ। ਹੋਟਲਸ, ਏਅਰਲਾਈਨ ਅਤੇ ਰਿਜ਼ੋਰਟਸ ਇਹਨਾਂ ਵੱਲੋਂ ਕਮਿਸ਼ਨ ਦਿੱਤਾ ਜਾਂਦਾ ਹੈ ਅਤੇ ਸਮੇਂ ਅਨੁਸਾਰ ਇਹ ਚੇਂਜ ਵੀ ਹੁੰਦਾ ਰਹਿੰਦਾ ਹੈ, ਵੱਧਦਾ ਹੈ, ਘਟਦਾ ਹੈ। ਇਹ ਡਿਪੈਂਡ ਕਰਦਾ ਹੈ ਕੁਆਲਿਟੀਜ਼ ਟਰੈਵਲ ਏਜੰਟ ਕੀ ਦੇ ਰਿਹਾ ਹੈ ਆਪਣੇ ਕਸਟਮਰ ਨੂੰ, ਅਤੇ ਹੋਟਲ ਕੀ ਕੁਆਲਿਟੀਜ਼ ਆਪਣੇ ਗੈਸਟ ਨੂੰ ਦੇ ਰਿਹਾ ਹੈ। ਇਹ ਸਭ ਕੁਝ ਮਿਲਾ ਕੇ ਹੀ ਇੱਕ ਬਿਹਤਰ ਕਮਿਸ਼ਨ ਦੀ ਨੀਂਹ ਰੱਖੀ ਜਾਂਦੀ ਹੈ। ਹਾਂਜੀ, ਇਕਵਿਪਮੈਂਟਸ ਯੂਜ਼ਡ ਇਨ ਟਰੈਵਲ ਏਜੰਸੀ। ਕੀ ਸਾਜੋ ਸਮਾਨ ਹੈ ਜੋ ਟਰੈਵਲ ਏਜੰਸੀ ਦੇ ਵਿੱਚ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲਾਂ ਫਰਨੀਚਰ ਦੇ ਵਿੱਚ ਟੇਬਲ, ਮੇਜ਼, ਕੁਰਸੀ, ਇਹ ਸਭ ਕੁਝ ਆ ਜਾਂਦਾ ਹੈ। ਇੰਟਰਨੈਟ ਕਨੈਕਸ਼ਨ ਜ਼ਰੂਰੀ ਹੈ ਬਿਲਕੁਲ, ਕਿਉਂਕਿ ਇੰਟਰਨੈਟ ਤੋਂ ਬਿਨਾਂ ਅਸੀਂ ਕੋਈ ਬੁਕਿੰਗ ਨਹੀਂ ਕਰ ਸਕਦੇ, ਕੋਈ ਹੋਟਲ ਦੀ ਰਿਜ਼ਰਵੇਸ਼ਨ ਨਹੀਂ ਕਰ ਸਕਦੇ, ਕੋਈ ਟਰੈਵਲ ਇੰਸ਼ੋਰੈਂਸ ਨਹੀਂ ਬਣਾ ਸਕਦੇ। ਇੰਟਰਨੈਟ ਇੱਕ ਫਾਸਟ ਕਨੈਕਟੀਵਿਟੀ ਵਾਲਾ ਇੰਟਰਨੈਟ ਸਾਨੂੰ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਸਪੀਡ ਦੇ ਕੋਈ ਵੈਰੀਅਰ ਨਾ ਹੋਵੇ। ਕਿਚਨ ਸਪਲਾਈਜ਼, ਬਿਲਕੁਲ ਕਿਚਨ ਸਪਲਾਈਜ਼ ਤਾਂ ਹੋਣੀ ਚਾਹੀਦੀਆਂ ਨੇ। ਸਟਾਫ ਨੇ ਉੱਥੇ ਬੈਠ ਕੇ ਆਪਣਾ ਖਾਣਾ ਖਾਣਾ, ਜਾਂ ਜੋ ਵੀ ਸਾਡੇ ਕੋਲ ਗੈਸਟ ਵਗੈਰਾ ਆਉਂਦੇ ਨੇ ਉਹਨਾਂ ਨੂੰ ਵੀ ਕੁਝ ਨਾ ਕੁਝ ਮੌਕੇ 'ਤੇ ਸਰਵ ਕੀਤਾ ਜਾਏ ਤਾਂ ਇੱਕ ਬਿਹਤਰ ਅਸੀਂ ਚੰਗੀ ਪਹਿਚਾਣ ਆਪਣੀ ਟਰੈਵਲ ਏਜੰਸੀ ਦੀ ਬਣਾ ਸਕਦੇ ਹਾਂ। ਫੋਟੋ ਕਾਪੀਜ਼ ਐਂਡ ਪ੍ਰਿੰਟਰਸ ਵਗੈਰਾ, ਫੋਟੋ ਕਾਪੀ ਮਸ਼ੀਨ ਹੋਣੀ ਚਾਹੀਦੀ ਹੈ। ਕੰਪਿਊਟਰ ਦੇ ਸੋਫਟਵੇਅਰ ਜਿੱਦਾਂ ਕਿ GDS ਸੋਫਟਵੇਅਰਸ ਹੁਣ ਯੂਜ਼ ਕੀਤੇ ਜਾਂਦੇ ਨੇ ਟਰੈਵਲ ਏਜੰਸੀ ਵੱਲੋਂ, ਜਿੱਦਾਂ ਕਿ ਅਮੇਡੀਅਸ, ਗਲੀਲੀਓ, ਵਰਲਡ ਸਪੇਨ, ਸਾਈਬਰੇ ਐਟਸੈਟਰਾ। ਇਹ ਕੁਝ ਕੁ ਸੋਫਟਵੇਅਰ ਹਨ ਜਿਸ ਦੇ ਥਰੂ ਟਰੈਵਲ ਏਜੰਟ ਇੰਟਰਨੈਸ਼ਨਲ ਐਜ਼ ਵੈਲ ਐਜ਼ ਡੋਮੈਸਟਿਕ ਟਿਕਟਸ ਦੀ ਬੁਕਿੰਗ ਕਰਦਾ ਹੈ। ਸਟੇਸ਼ਨਰੀ ਹੋ ਗਈ, ਉਸ ਤੋਂ ਸਟੋਰੇਜ ਇਕਵਿਪਮੈਂਟਸ ਹੋ ਗਈਆਂ,
ਕੋਲੈਬੋਰੇਸ਼ਨ ਟੂਲਸ, ਆਫਿਸ ਵੇਸਟ ਐਂਡ ਰੀਸਾਈਕਲ ਟੂਲਸ। ਇਹ ਸਭ ਇੱਕ ਮੋਟੇ ਸਮਾਨ ਦੀ ਲਿਸਟ ਹੈ ਜੋ ਇੱਕ ਟਰੈਵਲ ਏਜੰਸੀ ਦੇ ਵਿੱਚ ਹੋਣਾ ਜ਼ਰੂਰੀ ਹੈ। ਇਸ ਤੋਂ ਹੀ ਬਿਨਾਂ ਇੱਕ ਟਰੈਵਲ ਏਜੰਸੀ ਚੰਗੇ ਤਰੀਕੇ ਨਾਲ ਨਹੀਂ ਫੰਕਸ਼ਨ ਕਰ ਸਕਦੀ। ਹਾਂਜੀ, ਟੂਰ ਪਲੈਨਿੰਗ ਕੀ ਹੈ? ਸਾਰੇ ਅਸੀਂ ਕਿਤੇ ਨਾ ਕਿਤੇ ਟੂਰ 'ਤੇ ਜਾਂਦੇ ਹਾਂ, ਚਾਹੇ ਅੰਮ੍ਰਿਤਸਰ ਜਾਂਦੇ ਹਾਂ, ਚਾਹੇ ਅਜਮੇਰ ਸ਼ਰੀਫ ਜਾਂਦੇ ਹਾਂ, ਚਾਹੇ ਕੇਦਾਰਨਾਥ ਜਾਂਦੇ ਹਾਂ, ਦੁਰਗਿਆਨਾ ਮੰਦਿਰ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ। ਅਤੇ ਸਭ ਤੋਂ ਪਹਿਲਾਂ ਅਸੀਂ ਵੀ ਘਰ ਵਿੱਚ ਪਰਿਵਾਰ ਵਿੱਚ ਬੈਠ ਕੇ ਇੱਕ ਦਿਨ ਪਹਿਲਾਂ ਪਲੈਨਿੰਗ ਬਣਾਉਂਦੇ ਹਾਂ ਕਿ ਅਸੀਂ ਫਲਾਣੇ ਥਾਵੇਂ ਜਾਣਾ ਹੈ ABCD, ਅਤੇ ਅਸੀਂ ਕਿੰਨੇ ਵਜੇ ਚੱਲਾਂਗੇ, ਕਿੰਨੇ ਵਜੇ ਪਹੁੰਚਾਂਗੇ, ਅਸੀਂ ਰਾਸਤੇ ਵਿੱਚ ਕਿੱਥੇ ਖੜਾਂਗੇ। ਇਹ ਇੱਕ ਟੂਰ ਪਲੈਨਿੰਗ ਦਾ ਹੀ ਹਿੱਸਾ ਹੈ। ਹਾਂਜੀ, ਇਹ ਅਸੀਂ ਗੱਲ ਕਰ ਰਹੇ ਸੀਗੇ ਟੂਰ ਪਲੈਨਿੰਗ, ਜੋ ਕਿ ਆਪਣੇ ਡੋਮੈਸਟਿਕ ਰੀਜਨ ਵਿੱਚ ਦੇਖਿਆ ਜਾਵੇ, ਆਪਣੇ ਆਸ-ਪਾਸ ਦੇਖਿਆ ਜਾਵੇ 20-50 ਕਿਲੋਮੀਟਰ ਤੱਕ ਅਸੀਂ ਖੁਦ ਬ ਖੁਦ ਇੱਕ ਟੂਰਿਸਟ ਕਰ ਲੈਂਦਾ ਹੈ। ਬਟ ਜਦੋਂ ਗੱਲ ਆਉਂਦੀ ਹੈ ਇੰਟਰਨੈਸ਼ਨਲ ਟੂਰਿਜ਼ਮ ਦੀ, ਇਨਬਾਊਂਡ ਔਰ ਆਊਟਬਾਊਂਡ ਟੂਰਿਜ਼ਮ ਦੀ, ਇੰਟਰਨੈਸ਼ਨਲ ਲੈਵਲ ਦੀ ਲਾ ਲਓ ਜਾਂ ਡੋਮੈਸਟਿਕ ਟੂਰਿਜ਼ਮ ਜਿਹੜੇ ਹੁਣ ਏਰੀਏਜ਼ ਪੰਜਾਬ ਤੋਂ ਦੂਰ ਨੇ, ਕੇਰਲਾ, ਮਹਾਰਾਸ਼ਟਰ, ਗੋਆ, ਉੜੀਸਾ, ਅਗਰ ਅਸੀਂ ਉੱਥੇ ਘੁੰਮਣ ਜਾਂਦੇ ਹਾਂ ਤਾਂ ਆਪਾਂ ਨੂੰ ਇੱਕ ਪ੍ਰੋਪਰ ਟੂਰ ਪਲੈਨਿੰਗ ਦੀ ਲੋੜ ਹੈ, ਜੋ ਕਿ ਸਾਨੂੰ ਇੱਕ ਚੰਗਾ ਟਰੈਵਲ ਕੰਸਲਟੈਂਟ, ਚੰਗਾ ਟਰੈਵਲ ਐਡਵਾਈਜ਼ਰ ਹੀ ਗਾਈਡ ਕਰ ਸਕਦਾ ਹੈ। ਹਾਂਜੀ, ਟਰੈਵਲ ਆਈਟਨਰੀ ਕੀ ਹੁੰਦੀ ਹੈ? ਟਰੈਵਲ ਆਈਟਨਰੀ ਇੱਕ ਪਲੈਨਿੰਗ ਦਾ ਹੀ ਹਿੱਸਾ ਹੈ ਜੋ ਕਿ ਟਰੈਵਲ ਏਜੰਟ ਵੱਲੋਂ ਪ੍ਰਪੇਅਰ ਕੀਤਾ ਜਾਂਦਾ ਹੈ, ਜਿਸ ਵਿੱਚ ਸ਼ਡਿਊਲ ਬਣਾਇਆ ਜਾਂਦਾ ਹੈ ਕਿ ਅਸੀਂ ਕਿੰਨੇ ਵਜੇ ਚੱਲਣਾ ਹੈ, ਕਿੰਨੇ ਵਜੇ ਪਹੁੰਚਣਾ ਹੈ, ਉੱਥੇ ਸਾਨੂੰ ਖਾਣ ਨੂੰ ਕੀ ਮਿਲੂਗਾ, ਕਿਹੜੇ ਹੋਟਲ ਦੇ ਵਿੱਚ ਅਸੀਂ ਰਹਾਂਗੇ, ਕਿੰਨੇ ਦਿਨ ਸਾਡੀ ਸਟੇ ਹੈ, ਕਿਹੜੀ ਟੈਕਸੀ ਜਾਂ ਕਿਹੜੀ ਫਲਾਈਟ ਦੇ ਵਿੱਚ, ਫਲਾਈਟ ਨੰਬਰ ਵੀ ਦਿੱਤੇ ਜਾਂਦੇ ਹਨ, ਟੈਕਸੀ ਵੀ ਦੱਸੀ ਜਾਂਦੀ ਹੈ ਕਿ ਕਿਹੜੀ ਕੈਬ ਹੈ, ਕਿਹੜੀ ਟੈਕਸੀ ਹੈ, ਉਸ ਦੇ ਵਿੱਚ ਯਾਤਰਾ ਤੁਹਾਡੀ ਹੋਵੇਗੀ। ਇਹ ਸਾਰਾ ਕੁਝ ਟਰੈਵਲ ਆਈਟਨਰੀ ਦਾ ਹੀ ਇੱਕ ਪਾਰਟ ਹੈ। ਮੁੱਕਦੀ ਗੱਲ, ਟਰੈਵਲ ਆਈਟਨਰੀ ਇੱਕ ਪਲੈਨਿੰਗ ਹੈ ਜੋ ਕਿ ਟਰੈਵਲ ਏਜੰਟ ਵੱਲੋਂ ਕੀਤੀ ਜਾਂਦੀ ਹੈ। ਇੱਕ ਟਰੈਵਲ ਦਾ ਪੂਰਾ ਨਕਸ਼ਾ ਤਿਆਰ ਕਰਕੇ ਗੈਸਟ ਨੂੰ ਪੇਸ਼ ਕੀਤਾ ਜਾਂਦਾ ਹੈ ਕਿ ਜੋ ਤੁਹਾਡਾ ਟੂਰ ਹੈ ਉਹ ਤੁਹਾਡੇ ਬਜਟ ਦੇ ਅਨੁਸਾਰ, ਤੁਹਾਡੇ ਦਿੱਤੀਆਂ ਗਈਆਂ ਤਰੀਕਾਂ, ਡੇਟਸ ਦੇ ਅਨੁਸਾਰ ਇੱਦਾਂ ਐਗਜ਼ਿਟ ਕਰੂਗਾ। ਹਾਂਜੀ, ਟੂਰ ਪਲੈਨਿੰਗ ਦੀ ਅਸੀਂ ਗੱਲ ਕਰ ਰਹੇ ਸੀ। ਇੱਕ ਛੋਟੀ ਜਿਹੀ ਉਦਾਹਰਨ ਅਸੀਂ ਲੈ ਕੇ ਆਏ, ਗੋਲਡਨ ਟ੍ਰਾਇੰਗਲ ਆਈਟਨਰੀ। ਇਹ ਆਪਣੇ ਦੇਸ਼ ਦੀ ਸਭ ਤੋਂ ਮਹੱਤਵਪੂਰਨ ਜਾਂ ਇੰਪੋਰਟੈਂਟ ਆਈਟਨਰੀ ਅਸੀਂ ਕਹਿ ਸਕਦੇ ਹਾਂ, ਗੋਲਡਨ ਟ੍ਰਾਇੰਗਲ ਆਈਟਨਰੀ, ਜੋ ਕਿ ਦਿੱਲੀ ਤੋਂ ਸ਼ੁਰੂ ਹੋ ਕੇ ਆਗਰਾ ਐਂਡ ਦੈਨ ਜੈਪੁਰ ਅਤੇ ਫਿਰ ਵਾਪਸ ਦਿੱਲੀ ਨੂੰ ਪਰਤਦੀ ਹੈ। ਇਸ ਵਿੱਚ ਸਿਰਫ 3 ਡੈਸਟੀਨੇਸ਼ਨਸ ਹੀ ਮੇਨ ਕਵਰ ਅਪ ਕੀਤੀਆਂ ਜਾਂਦੀਆਂ ਹਨ। ਦਿੱਲੀ ਦੇ ਜਿੰਨੇ ਟੂਰਿਸਟ ਅਟਰੈਕਸ਼ਨਸ ਨੇ ਉਹ ਕਵਰ ਅਪ ਕੀਤੇ ਜਾਂਦੇ ਹਨ। ਆਗਰਾ, ਇਸ ਦੇ ਨਾਲ ਸੰਬੰਧਿਤ, ਅਤੇ ਜੈਪੁਰ, ਇਹ ਤਿੰਨੇ ਸ਼ਹਿਰਾਂ ਦੇ ਟੂਰਿਸਟ ਡੈਸਟੀਨੇਸ਼ਨਸ ਕਵਰ ਅਪ ਕੀਤੇ ਜਾਂਦੇ ਹਨ ਗੋਲਡਨ ਟ੍ਰਾਇੰਗਲ ਆਈਟਨਰੀ ਦੇ ਵਿੱਚ। ਹਾਂਜੀ, ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਜੀ। 10 ਡੇ ਗੋਲਡਨ ਟ੍ਰਾਇੰਗਲ ਆਈਟਨਰੀ। ਅਸੀਂ ਪਹਿਲੇ ਦਿਨ ਅਸੀਂ ਕਿੰਨੇ ਵਜੇ ਦਿੱਲੀ ਤੋਂ ਚੱਲਾਂਗੇ, ਓਲਡ ਫੋਰਟ ਦੇਖਾਂਗੇ, ਜੰਤਰ ਮੰਤਰ ਦੇਖਾਂਗੇ, ਗਾਂਧੀ ਮੈਮੋਰੀਅਲ ਦੇਖਾਂਗੇ, ਡੇ ਸੈਕਿੰਡ ਆਹ ਦੇਖਾਂਗੇ, ਥਰਡ ਦੇਖਾਂਗੇ। ਇਸ ਤਰ੍ਹਾਂ ਇੱਕ ਪ੍ਰੋਪਰ ਟੂਰਿਸਟ ਆਈਟਨਰੀ ਬਣਾਈ ਜਾਂਦੀ ਹੈ ਇੱਕ ਟਰੈਵਲ ਕੰਸਲਟੈਂਟ ਵੱਲੋਂ। ਹਾਂਜੀ, ਹੁਣ ਅਸੀਂ ਗੱਲ ਕਰਾਂਗੇ ਲੇਟੈਸਟ ਟਰੈਵਲ ਟ੍ਰੈਂਡਸ ਕੀ ਹਨ 2020 ਦੇ ਟੂਰਿਜ਼ਮ ਨੂੰ ਲੈ ਕੇ। ਹੁਣ ਯਾਤਰਾ ਕਰਨਾ ਹੋਰ ਵੀ ਸੁਖਾਲਾ ਹੋ ਗਿਆ ਹੈ। ਵਰਚੁਅਲ ਕਾਰਡਸ ਆ ਗਏ ਹਨ ਜਿਨ੍ਹਾਂ ਦੇ ਥਰੂ ਅਸੀਂ ਪੇਮੈਂਟ ਕਰ ਸਕਦੇ ਹਾਂ। ਅਗਰ ਅਸੀਂ ਇੰਡੀਆ ਤੋਂ ਬਾਹਰ ਜਾਂਦੇ ਹਾਂ, ਆਊਟਬਾਊਂਡ ਟੂਰਿਜ਼ਮ 'ਤੇ ਹਾਂ, ਇੰਟਰਨੈਸ਼ਨਲ ਟੂਰਿਜ਼ਮ 'ਤੇ ਹਾਂ, ਅਤੇ ਸਾਨੂੰ ਜ਼ਿਆਦਾ ਪੈਸਾ ਨਾ ਲੈ ਕੇ ਜਾਣ ਦੀ ਲੋੜ ਨਹੀਂ ਹੈ। ਅਸੀਂ ਵਰਚੁਅਲ ਕਾਰਡਸ ਦੇ ਥਰੂ ਹੀ ਪੇਮੈਂਟ ਕਰ ਸਕਦੇ ਹਾਂ। ਬਾਇਓਮੈਟ੍ਰਿਕ ਐਂਡ ਫੇਸ਼ੀਅਲ ਰਿਕੋਗਨਾਈਜੇਸ਼ਨ ਆ ਚੁੱਕੇ ਹਨ। ਹੁਣ ਸਮਾਂ ਚੇਂਜ ਹੋ ਗਿਆ ਅਤੇ ਬਾਇਓਮੈਟ੍ਰਿਕ ਦੇ ਰਾਹੀਂ ਅਸੀਂ ਆਪਣੇ ਜੋ ਵੀਜ਼ਾ, ਪਾਸਪੋਰਟਸ ਨੇ, ਉੱਥੇ ਵੀ ਇਹ ਚੀਜ਼ ਦੀ ਸਾਨੂੰ ਲੋੜ ਪੈਂਦੀ ਹੈ। ਅਤੇ ਜਿਸ ਟਾਈਮ ਸਾਡੀ ਫਲਾਈਟ ਹੁੰਦੀ ਹੈ ਉਸ ਟਾਈਮ ਵੀ ਬਾਇਓਮੈਟ੍ਰਿਕ ਜੋ ਹੁੰਦੀ ਹੈ, ਬਾਇਓਮੈਟ੍ਰਿਕ ਦੇ ਥਰੂ ਅਸੀਂ ਆਪਣੇ ਜੋ ਫਲਾਈਟ ਦੀ ਚੈਕਿੰਗ ਹੈ
ਔਨਬੋਰਡ ਚੈਕਿੰਗ ਹੈ ਉਹ ਵੀ ਅਸੀਂ ਹੁਣ ਬਾਇਓਮੈਟ੍ਰਿਕ ਦੇ ਥਰੂ ਐਡਵਾਂਸਡ ਕਰ ਸਕਦੇ ਹਾਂ। ਮੋਬਾਈਲ ਐਪਸ ਫॉर ਫਿਲਿੰਗ ਵੀਜ਼ਾ, ਹਾਂਜੀ ਵੀਜ਼ੇ ਦੀਆਂ ਜੋ ਫਾਰਮਸ ਨੇ ਫਾਰਮਸ ਨੇ ਹੁਣ ਉਹ ਅਸੀਂ ਵੈਬਸਾਈਟ ਦੇ ਥਰੂ ਜਾਂ ਐਪਸ ਦੇ ਥਰੂ ਅਸੀਂ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਾਂ। ਉਸ ਦੀ ਫੀਸ ਹੈ ਜੋ ਅਸੀਂ ਉਹ ਔਨਲਾਈਨ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੇ ਥਰੂ ਕਟਵਾ ਸਕਦੇ ਹਾਂ ਅਤੇ ਆਪਣਾ ਵੀਜ਼ਾ, ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, ਪੀਆਰ ਵੀਜ਼ਾ, ਵਿਜ਼ਟਰ ਵੀਜ਼ਾ ਉਹ ਅਸੀਂ ਹੁਣ ਖੁਦ ਅਪਲਾਈ ਕਰ ਸਕਦੇ ਹਾਂ। ਮਾਰਕੀਟਿੰਗ ਵਾਇਆ ਸੋਸ਼ਲ ਮੀਡੀਆ, ਹਾਂਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਜੋ ਮਾਰਕੀਟਿੰਗ ਦੇ ਸਾਧਨ ਨੇ ਉਹ ਅੱਗੇ ਨੂੰ ਬੜੇ ਐਡਵਾਂਸ ਹੋ ਚੁੱਕੇ ਹਨ। ਹੁਣ ਇੱਕ ਟਰੈਵਲ ਕੰਸਲਟੈਂਟ, ਇੱਕ ਟਰੈਵਲ ਏਜੰਸੀ ਜੋ ਆਪਣੀ ਮਾਰਕੀਟਿੰਗ ਸਟ੍ਰੈਟਜੀ ਅਪਣਾ ਰਿਹਾ ਹੈ, ਆਪਣੇ ਪ੍ਰੋਡਕਟਸ ਅਤੇ ਸਰਵਿਸਿਜ਼ ਨੂੰ ਸੇਲ ਕਰ ਰਿਹਾ ਹੈ, ਉਹ ਇੰਟਰਨੈਟ ਦਾ ਮਾਧਿਅਮ ਲੈ ਰਿਹਾ ਹੈ। ਜਿਸ ਤਰ੍ਹਾਂ ਅਸੀਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਇਹ ਸਭ ਕੁਝ ਐਪਸ ਯੂਜ਼ ਕਰਦੇ ਹਾਂ। ਇਹਨਾਂ ਦੇ ਥਰੂ ਹੀ ਹੁਣ ਔਨਲਾਈਨ ਜੋ ਮਾਰਕੀਟਿੰਗ ਹੈ ਉਹ ਟਰੈਵਲ ਦੀ ਹੋ ਰਹੀ ਹੈ। ਔਨਲਾਈਨ ਬੁਕਿੰਗ ਅਸੀਂ ਕਰ ਸਕਦੇ ਹਾਂ। ਅਸੀਂ ਹੋਟਲ ਦੀ ਬੁਕਿੰਗ ਖੁਦ ਕਰਨਾ ਚਾਹੀਏ ਅਤੇ ਅਸੀਂ ਵੈਬਸਾਈਟ ਉੱਤੇ ਜਾ ਕੇ ਜਾਂ ਹੋਟਲ ਦੀ ਵੈਬਸਾਈਟ ਉੱਤੇ ਜਾ ਕੇ ਕੁਝ ਹੀ ਪਲਾਂ ਦੇ ਵਿੱਚ ਆਪਣੀ ਬੁਕਿੰਗ ਨੂੰ ਪੂਰਾ ਕਰ ਸਕਦੇ ਹਾਂ ਅਤੇ ਪੇਮੈਂਟ ਅਸੀਂ ਔਨਲਾਈਨ ਵੀ ਕਰਵਾ ਸਕਦੇ ਹਾਂ, ਇੰਟਰਨੈਟ ਬੈਂਕਿੰਗ ਦੇ ਥਰੂ, ਡੈਬਿਟ ਕਾਰਡ ਦੇ ਥਰੂ, ਕ੍ਰੈਡਿਟ ਕਾਰਡ ਦੇ ਥਰੂ। ਹਾਂਜੀ ਬੱਚਿਓ, ਥੈਂਕ ਯੂ। ਉਮੀਦ ਕਰਦਾ ਹਾਂ ਕਿ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਨਾਲ ਸੰਤੁਸ਼ਟ ਹੋਵੋਗੇ। ਟਰੈਵਲ ਏਜੰਸੀ ਦੇ ਨਾਲ ਸੰਬੰਧਿਤ ਕਾਫੀ ਕੁਐਸਚਨਸ ਸੀਗੇ ਮਨ ਦੇ ਵਿੱਚ, ਉਹ ਤੁਹਾਡੇ ਕਲੀਅਰ ਹੋ ਚੁੱਕੇ ਹੋਣਗੇ ਕਿ ਟਰੈਵਲ ਏਜੰਸੀ ਕੀ ਹੈ, ਟਰੈਵਲ ਪਲੈਨਿੰਗ ਕੀ ਹੈ, ਆਈਟਨਰੀ ਐਕਚੁਅਲ ਦੇ ਵਿੱਚ ਕੀ ਹੁੰਦੀ ਹੈ। ਆਈਟਨਰੀ ਨੂੰ ਲੈ ਕੇ ਬਹੁਤ ਡਾਊਟਸ ਹੋ ਜਾਂਦੇ ਨੇ ਬੱਚਿਆਂ ਦੇ ਵਿੱਚ ਕਿ ਆਈਟਨਰੀ ਕੀ ਹੈ, ਪਲੈਨਿੰਗ ਕੀ ਹੈ। ਇਹ ਵਰਡ ਸੇਮ ਨੇ। ਆਈਟਨਰੀ ਇੱਕ ਵਧੀਆ ਤਰੀਕੇ ਨਾਲ ਰੀਪ੍ਰਜੈਂਟ ਕੀਤੀ ਗਈ ਟਰੈਵਲ ਕੰਸਲਟੈਂਟ ਵੱਲੋਂ ਇੱਕ ਕੋਸ਼ਿਸ਼ ਹੈ। ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਨਾਲ ਸੰਤੁਸ਼ਟ ਹੋਵੋਗੇ। ਥੈਂਕ ਯੂ।